ਸਤਿ ਸ਼੍ਰੀ ਅਕਾਲ ਜੀ। ਮੈਂ ਸੰਦੀਪ ਸਿੰਘ, ਸਵਾਗਤ ਹੈ ਤੁਹਾਡਾ ਮਾਸਕਿਨ ਫਾਊਂਡੇਸ਼ਨ ਦੇ ਵਿੱਚ। ਸੋ ਆਪਾਂ ਅੱਜ ਗੱਲ ਕਰਨੀ ਹੈ ਮਾਸਕਿਨ ਫਾਊਂਡੇਸ਼ਨ ਦੇ ਬਾਰੇ ਕਿ ਮਾਸਕਿਨ ਫਾਊਂਡੇਸ਼ਨ ਹੈ ਕੀ ਅਤੇ ਕੀ ਕੰਮ ਕਰਦੀ ਹੈ ਜੀ, ਅਤੇ ਤੁਸੀਂ ਕਿਵੇਂ ਮਾਸਕਿਨ ਫਾਊਂਡੇਸ਼ਨ ਨਾਲ ਜੁੜ ਸਕਦੇ ਹੋ। ਸੋ ਆਓ ਗੱਲ ਕਰੀਏ ਆਪਾਂ ਮਾਸਕਿਨ ਫਾਊਂਡੇਸ਼ਨ ਦੇ ਬਾਰੇ ਕਿ ਮਾਸਕਿਨ ਫਾਊਂਡੇਸ਼ਨ ਇਹ ਉਹਨਾਂ ਲੋਕਾਂ ਦੀ ਮਦਦ ਕਰਦੀ ਹੈ ਜੀ ਕਿ ਜਿਹੜੇ ਲੋਕ ਗਰੀਬ ਲੋਕ ਹੈ, ਉਹ ਬੇਸਹਾਰਾ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਹੋਵੇ, ਬੇਸਹਾਰਾ ਲੋਕਾਂ ਨੂੰ ਸਾਂਭਣ ਦਾ ਕੰਮ ਹੋਵੇ, ਜਾਂ ਫਿਰ ਉਹਨਾਂ ਨੂੰ ਅਨਾਜ ਮੁਹੱਈਆ ਕਰਾਉਣ ਦਾ ਕੰਮ ਹੋਵੇ। ਸੋ ਇਹਦਾ ਮਿਸ਼ਨ ਵੀ ਇਹੀ ਹੈ ਕਿ ਹਰ ਇੱਕ ਬੰਦੇ ਦੀ ਆਰਥਿਕ ਪੱਖੋਂ ਮਜ਼ਬੂਤ ਕਰਿਆ ਜਾਵੇ ਹਰ ਇੱਕ ਨੂੰ, ਤਾਂ ਕਿ ਹਰ ਇੱਕ ਬੰਦਾ ਇੱਕ ਦੂਸਰੇ ਦੀ ਮਦਦ ਕਰੇ। ਇਹੀ NGO ਦਾ, ਸਾਡੀ ਮਾਸਕਿਨ ਫਾਊਂਡੇਸ਼ਨ ਦਾ ਮਿਸ਼ਨ ਵੀ ਹੈ ਜੀ। ਸੋ ਮੈਂ 1 ਬਾਏ 1 ਤੁਹਾਨੂੰ ਇਹਨਾਂ ਦੇ ਪੂਰੇ ਮਿਸ਼ਨ ਦੇ ਬਾਰੇ ਤੁਹਾਡੇ ਨਾਲ ਗੱਲ ਆਪਾਂ ਸਾਂਝੀ ਕਰਾਂਗੇ ਵਿਸਤਾਰਪੂਰਵਕ ਕਿ ਤੁਸੀਂ ਕਿਵੇਂ ਇਹਦੇ ਨਾਲ ਜੁੜ ਸਕਦੇ ਹੋ ਅਤੇ ਕੀ ਕੰਮ ਕਰ ਸਕਦੇ ਹੋ। ਹੁਣ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਇਹਦੇ ਵਿੱਚ ਕੀ ਹੈ ਕਿ ਇਹ ਗਰੀਬ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਕਰ ਰਹੀ ਹੈ NGO, 2018 ਤੋਂ ਕੰਮ ਕਰ ਰਹੀ ਹੈ ਜੀ ਇਹ। ਅਤੇ ਇਸ ਦੇ ਨਾਲ ਹੀ NGO ਹੈਲਥ ਕੈਂਪ ਵੀ ਔਰਗਨਾਈਜ਼ ਕਰਦੀ ਹੈ ਜੀ, ਜਿਹਦੇ ਕਿ ਹਰ ਇੱਕ ਤਰ੍ਹਾਂ ਦਾ ਚੈੱਕਅਪ ਕੀਤਾ ਜਾਂਦਾ ਹੈ ਅਤੇ ਗਰੀਬ ਬੱਚਿਆਂ ਨੂੰ ਅਨਾਜ ਖਿਲਾਉਣ ਦਾ ਕੰਮ ਹੋਵੇ ਅਤੇ ਜਾਂ ਫਿਰ ਹੋਰ ਵੀ ਇੱਦਾਂ ਦੇ ਅਨੇਕਾਂ ਕੰਮ ਜਿਹੜੀ ਕਿ ਇਹ ਸੰਸਥਾ ਮਾਸਕਿਨ ਫਾਊਂਡੇਸ਼ਨ ਕਰ ਰਹੀ ਹੈ ਜੀ। ਅਤੇ ਨਾਲ ਹੀ ਆਪਾਂ ਗੱਲ ਕਰਦੇ ਹਾਂ ਕਿ ਇਹਦੇ ਨਾਲ ਅਗਰ ਆਪਾਂ ਜੁੜਦੇ ਹਾਂ, ਤੁਸੀਂ ਸਾਡੇ ਨਾਲ ਜੁੜਦੇ ਹੋ ਸਾਡੀ ਮਾਸਕਿਨ ਫਾਊਂਡੇਸ਼ਨ ਦੇ ਨਾਲ, ਤਾਂ ਕੀ ਬੈਨੀਫਿਟਸ ਜਿਹੜੇ ਹੈਗੇ ਆ ਕਿ ਤੁਹਾਨੂੰ ਇਹਦੇ 'ਚ ਮਿਲ ਸਕਦੇ ਆ। ਇਹਦੇ 'ਚ ਬਹੁਤ ਤਰ੍ਹਾਂ ਦੇ ਬੈਨੀਫਿਟਸ ਹੈਗੇ ਆ ਕਿ ਹਰ ਪੱਖੋਂ, ਜਿਵੇਂ ਤੁਹਾਨੂੰ ਮੈਂ ਦੱਸਿਆ ਕਿ NGO ਸਾਡੀ ਮਦਦ ਕਰਦੀ ਆ, ਠੀਕ ਹੈ ਜੀ। ਇਹਦੇ 'ਚ ਸਾਡੇ ਕੋਲ ਬਹੁਤ ਸਾਰੀ ਇੱਦਾਂ ਦੀਆਂ ਓਪਰਚੁਨਿਟੀਜ਼ ਹੈਗੀਆਂ ਕਿ ਜਿਹਦੇ ਨਾਲ ਸਾਨੂੰ ਬੈਨੀਫਿਟਸ ਹੋ ਸਕਦਾ। ਇਨਕਮ ਦੀ ਸਭ ਤੋਂ ਬੜੀ ਓਪਰਚੁਨਿਟੀ ਹੈਗੀ ਹੈ। ਉਸ ਤੋਂ ਇਲਾਵਾ ਇਹ 'ਚ ਪੈਨਸ਼ਨ ਪਲਾਨ ਹੈਗਾ, 70 ਸਾਲ ਤੱਕ ਪੈਨਸ਼ਨ ਪਲਾਨ ਔਰਗਨਾਈਜ਼ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਜੀ ਤੁਸੀਂ ਕੋਈ ਆਪਣਾ ਕੰਮਕਾਰ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਦੇਖੋ, ਤੁਸੀਂ 3rd ਨੰਬਰ 'ਤੇ ਤੁਹਾਨੂੰ ਲੋਨਸ ਦੀ ਸਪੋਰਟ ਵੀ ਮਿਲਦੀ ਹੈ ਕਿ ਤੁਸੀਂ ਲੋਨ ਲੈ ਸਕਦੇ ਹੋ ਤਾਂ ਆਪਣਾ ਬਿਜ਼ਨਸ ਕੋਈ ਵੀ ਕੰਮਕਾਰ ਸਟਾਰਟ ਕਰ ਸਕਦੇ ਹੋ। ਇਸ ਤੋਂ ਇਲਾਵਾ ਇਹ 'ਚ ਇੱਕ ਟ੍ਰੇਨਿੰਗ ਡਿਵੈਲਪਮੈਂਟ ਕੀਤੀ ਜਾਂਦੀ ਹੈ ਕਿ ਤੁਹਾਨੂੰ ਇਹ ਟ੍ਰੇਨਿੰਗ ਸੈਸ਼ਨ ਕੀਤਾ ਜਾਂਦਾ ਪੂਰਾ, ਕਿ ਸਮੇਂ ਤੁਹਾਨੂੰ ਟ੍ਰੇਨਿੰਗ ਪ੍ਰੋਵਾਈਡ ਕੀਤੀ ਜਾਂਦੀ ਹੈ ਜਿਸ ਦੇ ਨਾਲ ਤੁਸੀਂ ਮੋਟੀਵੇਟ ਹੋ ਸਕੋ। ਹੈਲਥ ਇੰਸ਼ੋਰੈਂਸ ਹੈ। ਉਸ ਦੇ ਨਾਲ ਹੀ 6 ਨੰਬਰ 'ਤੇ ਆ ਜਾਂਦਾ ਜੀ ਐਕਸੀਡੈਂਟਲ ਇੰਸ਼ੋਰੈਂਸ ਪਲੱਸ ਪ੍ਰੈਸ ਕਾਰਡ ਬਣਦਾ ਹੈ। ਉਸ ਤੋਂ ਬਾਅਦ ਫਿਰ ਟ੍ਰੇਨਿੰਗ ਸੈਸ਼ਨ ਲਗਾਏ ਜਾਂਦੇ ਆ। ਸੋਸ਼ਲ ਸਪੋਰਟ ਹੈਗੀ ਆ। ਹਾਂ, ਅਗਰ ਤੁਸੀਂ 10ਵੇਂ ਨੰਬਰ 'ਤੇ ਆ ਜਾਂਦਾ ਕਿ ਅਗਰ ਤੁਸੀਂ ਸਾਡੀ ਜਿਹੜੀ ਮਾਸਕਿਨ ਫਾਊਂਡੇਸ਼ਨ ਦੀ ਵੈਬਸਾਈਟ ਹੈਗੀ ਆ ਜੀ, ਉਹਦੇ 'ਤੇ ਪੂਰਾ ਲਿੰਕ ਜਨਰੇਟ ਕੀਤਾ ਹੋਇਆ ਕਿ ਤੁਸੀਂ ਕੋਈ ਵੀ ਸਮਾਨ ਖਰੀਦਣਾ ਚਾਹੁੰਦੇ ਹੋ ਜਾਂ ਕੋਈ ਵੀ ਸੇਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉੱਥੇ ਜਾ ਕੇ ਬੁਕਿੰਗ ਕਰ ਸਕਦੇ ਹੋ। ਹਰ ਇੱਕ ਚੀਜ਼ ਤੁਸੀਂ ਉੱਥੇ ਖਰੀਦ ਵੀ ਸਕਦੇ ਹੋ। ਉਸ ਤੋਂ ਇਲਾਵਾ ਇੰਸ਼ੋਰੈਂਸ ਪਲਾਨ ਜਿਵੇਂ ਤੁਹਾਨੂੰ ਦੱਸਿਆ ਗਿਆ ਹੈ, ਔਰ ਸੋਸ਼ਲ ਅਵੇਅਰਨੈਸ ਸਪੋਰਟ ਪੂਰੀ ਹੈਗੀ ਆ, ਅਤੇ ਨਾਲ ਟੈਕਸ ਸਪੋਰਟ ਵੀ ਹੈਗੀ ਹੈ। ਅਤੇ ਨਾਲ ਦੀ ਨਾਲ ਤੁਹਾਨੂੰ ਆਪਾਂ ਦੱਸ ਰਹੇ ਹਾਂ ਜਿਵੇਂ ਕਿ ਇਸ ਤੋਂ ਇਲਾਵਾ ਹੋਰ ਸਰਵਿਸਿਜ਼ ਕੀ ਹੈਗੀਆਂ, ਤੁਹਾਨੂੰ ਉਹਦੇ ਬਾਰੇ ਦੱਸਣ ਜਾ ਰਹੇ ਹਾਂ ਕਿ ਕਿਵੇਂ ਤੁਸੀਂ ਕੋਈ ਵੀ ਰੇਲ ਦੀ ਹੋਵੇ ਜਾਂ ਫਿਰ ਹਵਾਈ ਸਫ਼ਰ ਕਰਨਾ ਚਾਹੁੰਦੇ ਹੋ, ਉਹਦੀ ਟਿਕਟ ਬੁੱਕ ਕਰਾਉਣੀ ਹੈ, ਠੀਕ ਹੈ ਜੀ। ਤਾਂ ਸਾਰਾ ਕੁਝ ਤੁਸੀਂ ਸਾਡੀ ਇਸ ਵੈਬਸਾਈਟ 'ਤੇ ਜਾ ਕੇ ਤੁਸੀਂ ਕਰ ਸਕਦੇ ਹੋ। ਕਿਸੇ ਪ੍ਰਕਾਰ ਦਾ ਕੋਈ ਮੋਬਾਈਲ ਰਿਚਾਰਜ ਹੋਵੇ ਜਾਂ ਡਿਸ਼ ਰਿਚਾਰਜ ਕਰਨੀ ਹੋਵੇ, ਠੀਕ ਹੈ ਜੀ, ਤਾਂ ਇਹ ਸਾਰਾ ਕੁਝ ਤੁਸੀਂ ਵੈਬਸਾਈਟ 'ਤੇ ਜਾ ਕੇ ਉਹਨੂੰ ਵੈਬਸਾਈਟ ਨੂੰ ਯੂਜ਼ ਕਰ ਸਕਦੇ ਹੋ, ਲਿੰਕ ਨੂੰ ਯੂਜ਼ ਕਰ ਸਕਦੇ ਹੋ ਅਤੇ ਹਰ ਇੱਕ ਬੈਨੀਫਿਟ ਤੁਸੀਂ ਉਹਦੇ ਲੈ ਸਕਦੇ ਹੋ। ਡਾਟਾ ਕਾਰਡ ਰਿਚਾਰਜ ਕਰਨਾ ਹੋਵੇ, ਠੀਕ ਹੈ ਜੀ, ਫਲਾਈਟ, ਰੇਲ, ਹਰ ਤਰ੍ਹਾਂ ਦੀ ਬੁਕਿੰਗ ਹੈਗੀ ਇੱਥੇ ਕਰ ਸਕਦੇ ਹੋ। ਤਾਂ ਇਹ ਸੀਗੇ ਕਿ ਬੈਨੀਫਿਟਸ ਕੀ ਹੈਗੇ ਜਿਹੜੇ ਕਿ ਤੁਸੀਂ ਸਾਡੀ ਮਾਸਕਿਨ ਫਾਊਂਡੇਸ਼ਨ ਦੇ ਨਾਲ ਜੁੜ ਕੇ ਲੈ ਸਕਦੇ ਹੋ ਲਾਭ, ਅਤੇ ਕਿਸੇ ਦੀ ਮਦਦ ਵੀ ਕਰ ਸਕਦੇ ਹੋ। ਅਤੇ ਹੁਣ ਇਸ ਤੋਂ ਇਲਾਵਾ ਜਿਹੜਾ ਅਗਲਾ ਪੁਆਇੰਟ ਆ ਜਾਂਦਾ ਹੈ ਕਿ ਮਾਸਕਿਨ ਫਾਊਂਡੇਸ਼ਨ ਤੁਹਾਡੇ ਲਈ ਬਿਹਤਰੀਨ ਇਨਕਮ ਪਲਾਨ ਲੈ ਕੇ ਆਈ ਹੈ, ਉਹ ਜਿਹੜਾ ਕਿ ਮੈਂ ਤੁਹਾਨੂੰ ਹੁਣ ਦੱਸਣ ਜਾ ਰਿਹਾ। ਉਹ ਇਨਕਮ ਪਲਾਨ ਦੇ ਨਾਲ ਤੁਸੀਂ ਵੀ ਜੁੜ ਸਕਦੇ ਹੋ। ਸੋ ਉਹਦੇ ਨਾਲ ਜੁੜ ਕੇ ਕੀ ਲਾਭ ਹੋਏਗਾ, ਕੀ ਆਪਾਂ ਕਿੰਨੇ ਕੁ ਪੈਸੇ ਤੁਸੀਂ ਉਹਦੇ 'ਚ NGO ਨੂੰ ਡੋਨੇਟ ਕਰ ਸਕਦੇ ਹੋ, ਤੁਸੀਂ ਕੀ ਕਮਾ ਸਕਦੇ ਹੋ। ਸੋ ਸਾਰਾ ਪਲਾਨ ਤੁਹਾਡੇ ਨਾਲ ਪੂਰਾ ਐਕਸਪਲੇਨ ਕੀਤਾ ਜਾਊਗਾ ਕਿ ਜਿਵੇਂ ਮੈਂ ਹੁਣ ਗੱਲ ਕਰਨ ਜਾ ਰਹੇ ਹਾਂ ਆਪਾਂ ਕਿ ਇਹਦੇ 'ਚ NGO ਨੇ ਇਨਕਮ ਦੇ 7 ਲੈਵਲ ਤੱਕ ਤੁਸੀਂ ਪੈਸਾ ਕਮਾ ਸਕਦੇ ਹੋ। 7 ਲੈਵਲ ਬਣਾਏ ਹੋਏ ਆ ਜੀ ਜਿੱਥੇ ਕਿ ਤੁਸੀਂ ਪੈਸਾ ਕਮਾ ਸਕਦੇ ਹੋ। ਇਹਦੇ 'ਚ ਹੈ ਕੀ ਹੈ ਕਿ ਤੁਸੀਂ ਕਿਵੇਂ ਸਾਡੀ NGO ਨਾਲ ਜੁੜ ਸਕਦੇ ਹੋ। ਤਾਂ ਸਭ ਤੋਂ ਪਹਿਲਾ ਸਟੈਪ ਹੈਗਾ ਕਿ ਤੁਸੀਂ 500 ਰੁਪਈਆ ਸਾਡੀ NGO ਨੂੰ ਦੇਣਾ ਹੈ, ਕਿ ਉਹਦੇ ਨਾਲ ਕੀ ਹੋਏ ਕਿ ਤੁਸੀਂ NGO ਦੇ ਮੈਂਬਰ ਬਣ ਜਾਂਦੇ ਹੋ, ਠੀਕ ਹੈ ਜੀ। 500 ਰੁਪਈਆ ਦੇਣਾ
ਦੇਣ ਦੇ ਨਾਲ ਤੁਹਾਡੀ ਆਈਡੀ ਲੱਗ ਜਾਂਦੀ ਹੈ, ਤੁਸੀਂ ਮੈਂਬਰ ਬਣ ਜਾਂਦੇ ਹੋ। ਉਸ ਤੋਂ ਬਾਅਦ ਤੁਸੀਂ ਕੰਮ ਕਿਵੇਂ ਸਟਾਰਟ ਕਰਨਾ ਕਿ ਤੁਸੀਂ NGO ਕਹਿੰਦੇ ਕਿ ਤੁਸੀਂ ਹਰ ਇੱਕ ਬੰਦੇ ਨੇ ਇਮਾਨਦਾਰੀ ਦੇ ਨਾਲ 3 ਬੰਦੇ ਜੁਆਇਨ ਕਰਾਉਣੇ ਆ। 3 ਬੰਦੇ ਜੁਆਇਨ ਕਰਾਉਣੇ ਮਤਲਬ 500 ਰੁਪਇਆ ਤਿੰਨਾਂ ਤੋਂ ਲੈਣਾ। ਉਹਦੇ ਨਾਲ ਕੀ ਹੋਏਗਾ ਕਿ ਤੁਸੀਂ ਹਰ ਇੱਕ ਬੰਦੇ ਦੀ ਇੱਕ ਟੀਮ ਬਣ ਜਾਏਗੀ, ਠੀਕ ਹੈ, ਹਰ ਇੱਕ ਪਰਸਨ ਦੀ 3 ਬੰਦੇ ਹੋ ਜਾਂਦੇ ਆ ਤਾਂ 100 ਰੁਪਇਆ ਹਰ ਇੱਕ ਦਾ NGO ਨੂੰ ਜਾਏਗਾ ਜੀ। ਡੋਨੇਸ਼ਨ ਦੇ ਰੂਪ ਦੇ ਵਿੱਚ 400 ਰੁਪਇਆ ਹਰ ਇੱਕ ਪਰਸਨ ਦਾ ਤੁਹਾਡੇ ਕੋਲ ਰਹਿ ਜਾਏਗਾ। ਹੁਣ 400 ਗੁਣਾ 3 ਕਰੋਗੇ ਤਾਂ 1200 ਰੁਪਇਆ ਹੋਗੀ ਜਿਹੜੀ ਕੁੱਲ ਅਮਾਊਂਟ ਤੁਹਾਡੇ ਕੋਲ ਹੋ ਜਾਂਦੀ ਹੈ 3 ਬੰਦੇ ਲੱਗਣ 'ਤੇ। ਤਾਂ ਇਹਦੇ 'ਚ ਕੀ ਹੈ ਕਿ ਹੁਣ 3 ਬੰਦੇ ਲੱਗਣ 'ਤੇ 1200 ਰੁਪਇਆ ਅਮਾਊਂਟ ਤੁਹਾਡੇ ਕੋਲ ਆ ਗਈ ਹੈ ਜੀ। ਤਾਂ ਹੁਣ ਜਿਵੇਂ ਤੁਸੀਂ ਲੈਵਲ ਮੈਂ ਸਮਝਾ ਰਿਹਾ ਤੁਹਾਨੂੰ, ਤੁਸੀਂ ਚੈੱਕ ਕਰਦੇ ਜਾਇਓ ਕਿ ਜਿਵੇਂ 7 ਲੈਵਲ ਤੱਕ ਚੱਲਣਾ ਆਪਾਂ ਨੇ। ਹੁਣ ਤੁਸੀਂ ਅਗਲੇ ਲੈਵਲ 'ਚ ਪ੍ਰਵੇਸ਼ ਹੋਣਾ ਚਾਹੁੰਦੇ ਹੋ ਤਾਂ ਉਹਦੇ ਲਈ ਕੀ ਕਰਨਾ ਪਏਗਾ ਤੁਹਾਨੂੰ ਕਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ 500 ਰੁਪਇਆ ਆਪਣੀ ਅਪਲਾਈਨ ਨੂੰ ਦੇਣਾ ਪਏਗਾ। ਅਪਲਾਈਨ ਮਤਲਬ ਤੁਸੀਂ ਜਿਹੜੇ ਕਿ ਤੁਹਾਡੇ ਸੀਨੀਅਰ ਜਾਂ ਤੁਹਾਡੇ ਉੱਪਰ ਹੋਣਗੇ। 500 ਰੁਪਇਆ ਅਗਰ ਤੁਸੀਂ ਸੈਕਿੰਡ ਲੈਵਲ 'ਤੇ ਜਾਣਾ ਚਾਹੁੰਦੇ ਹੋ, ਸੈਕਿੰਡ ਲੈਵਲ 'ਤੇ ਕੰਮ ਕਰਨਾ ਚਾਹੁੰਦੇ ਹੋ ਤਾਂ 500 ਰੁਪਇਆ ਅਪਲਾਈਨ ਨੂੰ ਜਾਏਗਾ ਅਤੇ 96 ਰੁਪਏ ਜਾਣਗੇ ਜੀ NGO ਨੂੰ ਡੋਨੇਟ। ਫਿਰ ਦੁਬਾਰਾ ਡੋਨੇਟ ਕਰਨਾ ਪਏਗਾ ਅਤੇ ਵਾਪਸ ਤੁਹਾਡੇ ਕੋਲ ਰਹਿ ਜਾਏਗਾ ਜੀ ਫਿਰ 604 ਰੁਪਇਆ ਜਿਹੜੇ ਕਿ ਤੁਹਾਡੀ ਫਸਟ ਲੈਵਲ ਦੀ ਇਨਕਮ ਹੋਏਗੀ। 604 ਰੁਪਇਆ ਜਿਹੜਾ ਕਿ ਤੁਸੀਂ ਅੱਗੇ ਤੁਹਾਡੇ ਕੋਲ ਰਹਿ ਜਾਏਗਾ। ਨਾਲ ਦੀ ਨਾਲ ਜੀ ਰਿਵਾਰਡ ਸਿਸਟਮ ਵੀ ਚੱਲਦਾ ਅਤੇ ਤੁਹਾਨੂੰ 3 ਬੰਦੇ ਲੱਗਣ 'ਤੇ 604 ਰੁਪਏ ਇਨਕਮ ਆ ਜਾਏਗੀ, ਪਲੱਸ ਤੁਹਾਨੂੰ ਇੱਕ ਪੈਨ ਜਿਹੜਾ ਕਿ ਰਿਵਾਰਡ ਦੇ ਰੂਪ ਦੇ ਵਿੱਚ ਮਿਲੇਗਾ। ਇਸੇ ਤਰ੍ਹਾਂ ਸੈਕਿੰਡ ਲੈਵਲ ਹੈ। ਸੈਕਿੰਡ ਲੈਵਲ 'ਚ ਆ ਕੇ ਸਾਡੇ ਕੋਲ ਇੱਦਾਂ ਹੀ 3 ਬੰਦੇ ਸੀਗੇ, ਉਹ ਅੱਗੇ 3 ਬੰਦਿਆਂ ਨੂੰ ਜੁਆਇਨਿੰਗ ਕਰਾਉਣਗੇ ਤਾਂ ਟੋਟਲ ਸਾਡੇ ਕੋਲ 9 ਬੰਦੇ ਹੋ ਜਾਣੇ ਜੀ। 9 ਪਰਸਨ ਹੋ ਜਾਣਗੇ। ਜਿਵੇਂ ਅਸੀਂ 500 ਰੁਪਇਆ ਸਾਨੂੰ ਆਪਣੀ ਅਪਲਾਈਨ ਨੂੰ ਦੇਣਾ ਪਿਆ ਸੀਗਾ ਅਗਲੇ ਲੈਵਲ 'ਤੇ ਜਾਣ ਲਈ, ਐਜ਼ ਇਟ ਇਜ਼ ਹੁਣ ਜਿਹੜੇ 9 ਪਰਸਨ ਸਾਡੇ ਨੀਚੇ ਲੱਗੇ ਆ ਉਹਨਾਂ ਨੂੰ ਵੀ ਅਗਲੇ ਲੈਵਲ 'ਤੇ ਜਾਣ ਲਈ, ਅਗਲੇ ਲੈਵਲ 'ਤੇ ਅਪਗ੍ਰੇਡ ਹੋਣ ਲਈ 500 ਰੁਪਇਆ ਆਪਣੀ ਅਪਲਾਈਨ ਨੂੰ ਦੇਣਾ ਪਏਗਾ। ਤਾਂ 500 ਜਦੋਂ 9 ਬੰਦੇ 500 ਰੁਪਏ ਦੇਣਗੇ ਤਾਂ ਟੋਟਲ ਅਮਾਊਂਟ ਦੇਖੋ 4500 ਰੁਪਇਆ ਆ ਜਾਂਦੀ ਹੈ ਜੀ। ਔਰ ਅਪਗ੍ਰੇਸ਼ਨ ਦੇ ਲਈ ਸਾਨੂੰ ਐਜ਼ ਇਟ ਇਜ਼ 2000 ਰੁਪਇਆ ਹੁਣ ਆਪਣੀ ਅਪਲਾਈਨ ਨੂੰ ਦੇਣਾ ਪਏਗਾ ਅਤੇ 360 ਰੁਪਇਆ NGO ਨੂੰ ਡੋਨੇਟ ਜਾਏਗਾ। ਪਿੱਛੇ 2140 ਰੁਪਇਆ ਰਹਿ ਜਾਏਗਾ ਜਿਹੜੀ ਕਿ ਸਾਡੀ ਸੈਕਿੰਡ ਲੈਵਲ ਦੀ ਇਨਕਮ ਹੈ, ਪਲੱਸ ਰਿਵਾਰਡ ਦੇ ਵਿੱਚ ਮਿਲੇਗੀ ਸਾਨੂੰ ਉਰੇ ਡਾਇਰੀ ਮਿਲ ਜਾਏਗੀ, ਠੀਕ ਹੈ ਜੀ। ਅਤੇ ਨਾਲ ਥਰਡ ਲੈਵਲ ਦੀ ਗੱਲ ਕਰੀਏ ਤਾਂ ਹੁਣ ਇਨਕਮ ਸਾਡੀ 3 ਬੰਦੇ ਕਰਕੇ ਸਾਡੀ ਟੀਮ ਬੜੀ ਹੁੰਦੀ ਜਾਣੀ ਹੈ। ਥਰਡ ਲੈਵਲ 'ਤੇ ਆ ਕੇ ਟੋਟਲ 27 ਬੰਦੇ ਹੋ ਜਾਣਗੇ ਜੀ। ਔਰ ਜਿਵੇਂ ਹੁਣ ਸਾਨੂੰ ਥਰਡ ਲੈਵਲ 'ਤੇ ਜਾਣ ਲਈ 2000 ਰੁਪਇਆ ਆਪਣੀ ਅਪਲਾਈਨ ਨੂੰ ਦੇਣਾ ਪਿਆ, ਐਜ਼ ਇਟ ਇਜ਼ ਹੁਣ 27 ਬੰਦਿਆਂ ਨੂੰ ਵੀ ਅਗਲੇ ਲੈਵਲ 'ਤੇ ਜਾਣ ਲਈ 2-2000 ਰੁਪਇਆ ਆਪਣੀ ਅਪਲਾਈਨ ਨੂੰ ਦੇਣਾ ਪਏਗਾ। ਜਦੋਂ ਹੁਣ 27 ਬੰਦੇ 2-2000 ਰੁਪਇਆ ਦੇਣਗੇ ਤਾਂ ਟੋਟਲ 54000 ਰੁਪਇਆ ਅਮਾਊਂਟ ਹੋ ਜਾਂਦੀ ਹੈ ਜੀ। 5000 ਰੁਪਇਆ ਸਾਨੂੰ ਚੌਥੇ ਲੈਵਲ 'ਤੇ ਅਪਗ੍ਰੇਸ਼ਨ ਲਈ ਦੇਣਾ ਪਏਗਾ ਤਾਂ 4320 ਰੁਪਇਆ ਜਾਏਗਾ ਜੀ NGO ਨੂੰ। ਔਰ ਇਨਕਮ ਵੱਧ ਜਾਏਗੀ ਸਾਡੇ ਕੋਲ 44680 ਰੁਪਏ, 44680 ਰੁਪਏ। ਔਰ ਥਰਡ 'ਤੇ ਸਾਨੂੰ ਜਿਹੜਾ ਰਿਵਾਰਡ ਮਿਲੇਗਾ ਉਹ ਮਿਲੇਗਾ ਜੀ ਇੱਕ ਬੈਗ। ਇਸ ਦੇ ਨਾਲ ਹੀ ਆਪਾਂ ਚੌਥੇ ਲੈਵਲ 'ਚ ਪ੍ਰਵੇਸ਼ ਹੋ ਜਾਵਾਂਗੇ। ਚੌਥੇ ਲੈਵਲ 'ਚ ਆ ਕੇ ਕੀ ਹੋਏਗਾ ਕਿ ਹੁਣ ਸਾਨੂੰ ਅਪਗ੍ਰੇਸ਼ਨ ਦੇ ਲਈ ਅਸੀਂ 5000 ਰੁਪਏ ਦਿੱਤਾ ਸੀਗਾ ਤਾਂ ਐਜ਼ ਇਟ ਇਜ਼ ਹੁਣ 27 ਬੰਦਿਆਂ ਤੋਂ ਟੀਮ ਵੱਧ ਕੇ 81 ਜਾਣੇ ਹੋ ਜਾਂਦੇ ਆ। ਤਾਂ ਹੁਣ 5000 ਗੁਣਾ 81 ਕਰੀਏ ਤਾਂ 4,05,000 ਰੁਪਏ ਇਨਕਮ ਸਾਨੂੰ ਚੌਥੇ ਲੈਵਲ 'ਚ ਆ ਜਾਂਦੀ ਹੈ ਜੀ। ਔਰ ਉਸ ਤੋਂ ਬਾਅਦ ਸਾਨੂੰ ਅਗਲੇ ਲੈਵਲ 'ਤੇ ਅਪਡੇਸ਼ਨ ਦੇ ਲਈ ਸਾਨੂੰ 50000 ਰੁਪਇਆ ਹੁਣ ਅਪਲਾਈਨ ਨੂੰ ਦੇਣਾ ਪਏਗਾ। 32,400 ਦੇਣਾ ਪਏਗਾ ਸਾਨੂੰ ਡੋਨੇਸ਼ਨ। ਪਿੱਛੇ 3,22,600 ਰੁਪਇਆ ਜਿਹੜੀ ਕਿ ਹੈਗੀ ਆ ਸਾਨੂੰ ਇਨਕਮ ਵੱਧ ਜਾਏਗੀ। ਔਰ ਰਿਵਾਰਡ ਦੇ ਵਿੱਚ ਉਰੇ ਸਾਨੂੰ ਕੀ ਮਿਲੇਗਾ ਜੀ ਮੋਬਾਈਲ ਫੋਨ। ਅਤੇ ਨਾਲ ਹੀ ਹੁਣ ਇੱਕ ਇੰਟਰਸਟਿੰਗ ਗੱਲ ਇਹ ਹੈ ਕਿ ਨਾਲ ਦੀ ਨਾਲ ਸਾਡੀ ਉਰੇ ਆ ਕੇ ਸਾਨੂੰ ਇੰਸ਼ੋਰੈਂਸ ਸਾਡੀ ਸਟਾਰਟ ਹੋ ਜਾਂਦੀ ਹੈ। ਤਾਂ 20 ਲੱਖ ਦੀ ਸਾਨੂੰ ਕੀ ਇੰਸ਼ੋਰੈਂਸ ਜਿਹੜੀ ਕਿ ਹੈਗੀ ਹੈ ਐਕਸੀਡੈਂਟਲ ਮਿਲੇਗੀ, ਇੰਸ਼ੋਰੈਂਸ ਪਲਾਨ ਹੈਗਾ ਨਾਲ ਦੀ ਨਾਲ। ਅਤੇ ਉਸ ਤੋਂ ਬਾਅਦ ਅਸੀਂ 5ਵੇਂ ਲੈਵਲ 'ਤੇ ਪ੍ਰਵੇਸ਼ ਹੋ ਜਾਂਦੇ ਹਾਂ ਜੀ। 5ਵੇਂ ਲੈਵਲ 'ਤੇ ਆ ਕੇ ਕੀ ਇੱਕ ਸਾਡੀ ਟੀਮ ਵੱਧ ਕੇ ਹੋ ਜਾਏਗੀ, 243 ਬੰਦਿਆਂ ਦੀ ਟੀਮ ਹੋ ਜਾਏਗੀ। 50,000 ਗੁਣਾ 243 ਕਰਾਂਗੇ ਤਾਂ ਸਾਡੇ ਕੋਲ ਹੁਣ ਪੂਰੇ ਆ ਕੇ ਆ ਜਾਂਦੀ ਹੈ ਜੀ 1,21,50,000 ਰੁਪਇਆ ਅਮਾਊਂਟ ਆ ਜਾਂਦੀ ਹੈ ਜੀ, ਠੀਕ ਹੈ ਜੀ। ਤਾਂ ਹੁਣ ਅਪਗ੍ਰੇਸ਼ਨ ਦੇ ਲਈ ਸਾਨੂੰ ਇਹਦੇ ਵਿੱਚ 2 ਲੱਖ ਰੁਪਇਆ ਜਿਹੜਾ ਹੈਗਾ ਕਿ ਸਾਨੂੰ ਉੱਪਰ ਦੇਣਾ ਪਏਗਾ ਅਪਲਾਈਨ ਨੂੰ। ਔਰ ਉਸ ਤੋਂ ਬਾਅਦ 9,72,000 ਰੁਪਇਆ ਦੇਣਾ ਪਏਗਾ ਸਾਨੂੰ NGO ਨੂੰ ਡੋਨੇਟ। ਪਿੱਛੇ ਸਾਡੇ ਕੋਲ ਜਿਹੜੀ ਇਨਕਮ ਬਚ ਜਾਂਦੀ ਉਹ ਬਚ ਜਾਂਦੀ ਹੈ ਜੀ 1,09,78,000 ਰੁਪਇਆ ਸਾਨੂੰ ਸਾਡੀ ਇਨਕਮ ਬਚ ਜਾਂਦੀ ਹੈ। ਔਰ ਰਿਵਾਰਡ ਦੇ ਵਿੱਚ ਸਾਨੂੰ 5ਵੇਂ ਲੈਵਲ 'ਤੇ ਕੀ ਮਿਲਦੀ ਹੈ ਇੱਕ ਸਪੋਰਟਸ ਬਾਈਕ,
ਠੀਕ ਹੈ ਜੀ। ਤੇ ਨਾਲ ਹੀ ਸਾਡੂ ਇੰਸ਼ੋਰੈਂਸ ਹੈਗੀ ਹੈ 25 ਲੱਖ ਦੀ, ਸਾਨੂੰ ਫਿਰ ਇੰਸ਼ੋਰੈਂਸ ਜਿਹੜੀ ਕਿ ਸਾਨੂੰ ਮਿਲ ਜਾਂਦੀ ਹੈ। ਤੇ ਹੁਣ ਨੈਕਸਟ ਲੈਵਲ ਦੀ ਗੱਲ ਕਰੀਏ, ਨੈਕਸਟ ਲੈਵਲ ਹੈਗਾ ਜੀ 6ਵਾਂ ਲੈਵਲ। ਉੱਥੇ ਆ ਕੇ ਕੀ ਹੋਏਗਾ, ਸਾਡੀ ਟੀਮ ਵੱਧ ਕੇ ਹੋ ਜਾਏਗੀ 729 ਜਣਿਆਂ ਦੀ। ਔਰ ਹੁਣ ਤੁਹਾਨੂੰ 2 ਲੱਖ ਰੁਪਏ 729 ਇੰਟੂ ਕਰਾਂਗੇ ਤਾਂ ਸਾਨੂੰ ਟੋਟਲ ਅਮਾਊਂਟ ਬਣ ਜਾਂਦੀ ਹੈ 6ਵੇਂ ਲੈਵਲ ਤੇ ਆ ਕੇ ਜੀ 14 ਕਰੋੜ 58 ਲੱਖ ਰੁਪਏ। ਸੋ ਬੜੀ ਬਿਗ ਅਮਾਊਂਟ ਬਣ ਜਾਂਦੀ ਹੈ। ਤੇ ਇੱਥੇ ਆ ਕੇ ਕੀ ਹੋਏਗਾ, ਸਾਨੂੰ 7ਵੇਂ ਲੈਵਲ 'ਚ ਜਾਣ ਲਈ ਫਿਰ ਸਾਨੂੰ ਹੁਣ 5 ਲੱਖ ਰੁਪਇਆ ਅਪਗ੍ਰੇਸ਼ਨ ਫੀਸ ਦੇਣੀ, ਅਪਲਾਈਨ ਨੂੰ ਦੇਣਾ ਪਏਗਾ। ਤੇ ਡੋਨੇਸ਼ਨ ਫੀਸ ਹੈਗੀ ਆ ਜਿਹੜੀ ਕਿ ਸਾਨੂੰ ਦੇਣੀ ਪਏਗੀ ਜੀ 1 ਕਰੋੜ 16 ਲੱਖ 64 ਹਜ਼ਾਰ ਰੁਪਏ। ਤੋਂ ਪਿੱਛੇ ਸਾਨੂੰ ਜਿਹੜੇ ਕਿ ਅਮਾਊਂਟ ਬਚ ਜਾਂਦੀ ਉਹ ਹੈਗੀ ਜੀ 13 ਕਰੋੜ 36 ਲੱਖ ਤੇ 36 ਹਜ਼ਾਰ ਰੁਪਏ। ਸੋ ਸਾਨੂੰ ਰਿਵਾਰਡ ਦੇ ਵਿੱਚ ਮਿਲਦੀ ਹੈ ਜੀ ਇੱਕ ਸ਼ਾਨਦਾਰ ਕਾਰ ਤੇ ਨਾਲ ਫੈਮਿਲੀ ਦੀ ਹੈਲਥ ਇੰਸ਼ੋਰੈਂਸ 10 ਲੱਖ ਤੱਕ ਦੀ ਮਿਲ ਸਕਦੀ ਹੈ। ਤੇ ਲਾਸਟ ਲੈਵਲ ਹੈ ਜੀ ਜਿਹੜਾ ਕਿ ਹੈਗਾ ਕਿ 7ਵਾਂ ਲੈਵਲ। ਉਰੇ ਆ ਕੇ ਕੀ ਹੋਏਗਾ ਕਿ ਤੁਸੀਂ ਉਰੇ ਆ ਕੇ ਸਾਡੀ ਜਿਹੜੀ ਅਮਾਊਂਟ ਹੈਗੀ 2187 ਬੰਦੇ ਸਾਡੀ ਟੀਮ ਹੋ ਜਾਂਦੀ ਹੈ। ਟੋਟਲ 2187 ਬੰਦੇ ਹੋ ਜਾਣਗੇ। ਤੇ ਜਦੋਂ ਹੁਣ 5 ਲੱਖ ਆਪਾਂ ਇੰਟੂ ਕਰਾਂਗੇ 2187 ਤੱਕ ਟੋਟਲ ਅਮਾਊਂਟ ਹੋ ਗਈ ਜੀ 109 ਕਰੋੜ 35 ਲੱਖ ਰੁਪਏ। ਸੋ ਬਹੁਤ ਬੜੀ ਅਮਾਊਂਟ ਹੋ ਜਾਂਦੀ ਹੈ ਜੀ ਉਰੇ ਆ ਕੇ ਸਾਡੇ ਕੋਲ। ਔਰ ਉਰੇ ਆ ਕੇ ਕੀ ਹੈ ਕਿ ਸਾਡੀ ਰਿਵਾਰਡ ਦੇ ਵਿੱਚ ਸਾਨੂੰ ਮਿਲਦੀ ਹੈ ਇੱਕ ਸ਼ਾਨਦਾਰ ਕੋਠੀ ਸਾਨੂੰ ਮਿਲ ਜਾਂਦੀ ਹੈ। ਔਰ ਪੈਨਸ਼ਨ ਪਲਾਨ ਅਪ ਟੂ 70 ਸਾਲ ਤੱਕ ਸਾਨੂੰ ਹੁਣ ਪੈਨਸ਼ਨ ਸਟਾਰਟ ਹੋ ਜਾਂਦੀ ਹੈ। ਠੀਕ ਹੈ ਜੀ। ਸੋ ਇਹ ਸੀਗਾ ਕਿ ਤੁਸੀਂ 7 ਲੈਵਲ ਤੱਕ ਇਹ ਅਮਾਊਂਟ ਜਿਹੜੀ ਕਿ ਬਹੁਤ ਬਿਗ ਅਮਾਊਂਟ ਹੈਗੀ ਆ ਆਪਾਂ ਕਮਾ ਸਕਦੇ ਹਾਂ ਜੀ। ਸੋ ਇਸ ਦੇ ਨਾਲ ਹੀ ਆਪਾਂ ਅੱਗੇ ਗੱਲ ਕਰਾਂਗੇ। ਸੋ ਉਸ ਤੋਂ ਬਾਅਦ ਅਗਲਾ ਸਟਾਰਟ ਹੋ ਜਾਂਦਾ ਕਿ ਆਟੋ ਪੂਲ ਸਿਸਟਮ ਜਿਹੜਾ ਕਿ ਇਹਦੇ 'ਚ ਹੈਗਾ ਇੱਕ ਬਹੁਤ ਵਧੀਆ, ਉਹਦੇ ਲਈ ਵੀ ਤੁਸੀਂ ਕੰਮ ਕਰ ਸਕਦੇ ਹੋ। ਤੇ ਉਹ ਸਟਾਰਟ ਹੋ ਜਾਂਦਾ ਆਟੋ ਪੂਲ 'ਚ ਕੀ ਹੈ ਕਿ ਤੁਸੀਂ ਜਿਵੇਂ ਆਟੋ ਪੂਲ 'ਚ ਆਪਾਂ 3rd ਲੈਵਲ 'ਚ ਜਾ ਕੇ ਤੁਸੀਂ ਅਗਰ ਤੁਹਾਡੇ ਨੀਚੇ ਤੁਹਾਨੂੰ 9 ਦੇ ਵਿੱਚ ਜਿੱਥੇ ਤੁਹਾਨੂੰ 4500 ਰੁਪਏ ਆਉਣਾ ਸੀਗਾ, ਅਗਰ 25 ਯਾਨੀ ਕਿ 2500 ਰੁਪਏ ਅਗਰ ਤੁਹਾਨੂੰ ਉੱਥੇ ਆ ਜਾਂਦਾ ਹੈ ਤਾਂ ਤੁਸੀਂ ਆਟੋ ਪੂਲ ਲਈ ਐਲੀਜੀਬਲ ਹੋ ਜਾਂਦੇ ਹੋ। ਠੀਕ ਹੈ ਜੀ। ਤਾਂ ਉੱਥੇ ਆਟੋ ਪੂਲ 'ਚ ਜਾ ਸਕਦੇ ਹੋ। ਜੋ ਆਟੋ ਪੂਲ 'ਚ ਆ ਕੇ ਸਾਡੀ ਮਾਸਕਿਨ ਫਾਊਂਡੇਸ਼ਨ NGO ਵੱਲੋਂ ਤੁਹਾਡੀ ਜਿਹੜੀ ਕਿ ID ਆ ਉਹ ਚਲਾਈ ਜਾਂਦੀ ਹੈ। ਤੇ ਆਟੋ ਪੂਲ 'ਚ ਆ ਕੇ ਤੁਹਾਨੂੰ ਇਨਕਮ ਜਿਹੜੀ ਹੈਗੀ ਹੈ ਕਿ ਉਹ ਵੀ ਵੱਧ ਜਾਂਦੀ ਹੈ। ਹੁਣ ਆਟੋ ਪੂਲ 1 ਦੀ ਗੱਲ ਕਰੀਏ ਤਾਂ ਆਟੋ ਪੂਲ 'ਚ ਕੀ ਹੋਏਗਾ ਕਿ ਤੁਹਾਡੀ 1000 ਰੁਪਏ ਦੇ ਨਾਲ ਇਹਦੇ 'ਚ ID ਐਕਟੀਵੇਟ ਹੁੰਦੀ ਹੈ ਜੀ। ਔਰ ਐਜ਼ ਇਟ ਇਜ਼ ID ਜਿਹੜੀ ਹੈਗੀ ਆ ਉਹ ਵੀ ਚੱਲੇਗੀ ਤੁਹਾਡੀ। ਹੁਣ ਜਿੱਥੇ ਤੁਹਾਨੂੰ ਅਮਾਊਂਟ ਪਹਿਲਾਂ ਸੀਗੀ ਕਿ 400 ਰੁਪਏ ਆਉਣੀ ਸੀਗੀ, ਉਰੇ ਕੀ ਹੁਣ ਤੁਹਾਨੂੰ 800 ਰੁਪਇਆ ਆਏਗੀ। 800 ਗੁਣਾ ਆਪਾਂ 3 ਕਰਾਂਗੇ ਤਾਂ 2400 ਰੁਪਏ, ਯਾਨੀ ਕਿ ਉਰੇ ਆ ਕੇ ਅਮਾਊਂਟ ਡਬਲ ਹੋ ਜਾਂਦੀ ਹੈ ਜੀ। ਠੀਕ ਹੈ ਜੀ। ਤਾਂ ਐਜ਼ ਇਟ ਇਜ਼ ਉਰੇ ਹੁਣ ਰਿਵਾਰਡ ਚੇਂਜ ਹੋ ਕੇ ਔਰ ਸਾਨੂੰ ਟੀ ਸੈੱਟ ਮਿਲੇਗਾ। ਔਰ ਜਿੱਥੇ ਸਾਨੂੰ ਉਰੇ ਕੀ ਹੈ 500 ਰੁਪਏ ਐਜ਼ ਇਟ ਇਜ਼ ਐਪਗ੍ਰੇਸ਼ਨ ਦੀ ਫੀਸ ਹੈ 96 ਸਾਨੂੰ NGO ਨੂੰ ਦੇਣਾ ਪਏਗਾ। ਉਰੇ ਆ ਕੇ ਸਾਨੂੰ 1804 ਰੁਪਏ ਪਹਿਲੇ ਲੈਵਲ 'ਤੇ ਬਚ ਜਾਂਦਾ ਆਟੋ ਪੂਲ 'ਚ ਆ ਕੇ। ਐਜ਼ ਇਟ ਇਜ਼ ਜੀ ਜਿਵੇਂ ਆਪਾਂ ਤੁਹਾਨੂੰ ਪਹਿਲੇ ਲੈਵਲ ਸਮਝਾ ਕੇ ਹਟੇ, ਐਜ਼ ਇਟ ਇਜ਼ ਆਟੋ ਪੂਲ 2nd ਦੇ ਵਿੱਚ ਹੈ ਕਿ ਤੁਹਾਡੀ ਇਨਕਮ ਵੱਧਦੀ ਜਾਏਗੀ। ਤੇ ਉਹਦੇ 'ਚ ਤੁਹਾਨੂੰ ਆਪਣੀ ਅਪਲਾਈਨ ਨੂੰ ਵੀ ਦੇਣਾ ਪਏਗਾ ਔਰ ਡੋਨੇਸ਼ਨ ਵੀ ਦੇਣਾ ਪਏਗਾ। ਤੇ ਪਲੱਸ ਤੁਸੀਂ ਨਾਲ ਦੀ ਨਾਲ ਤੁਹਾਨੂੰ ਮੈਂ ਸਾਰਾ ਜਿਹੜਾ ਪਲਾਨ ਹੈਗਾ ਸਕਰੋਲ ਕਰਕੇ ਦਿਖਾ ਰਿਹਾ ਸੀ, ਤੁਸੀਂ ਦੇਖ ਸਕਦੇ ਹੋ। ਐਜ਼ ਇਟ ਇਜ਼ ਦੇ ਪਲਾਨ ਚੱਲੇਗਾ ਆਟੋ ਪੂਲ ਦਾ। ਠੀਕ ਹੈ। ਫਿਰ 3rd ਲੈਵਲ 'ਚ ਆ ਕੇ ਤੁਸੀਂ ਇਹ ਅਮਾਊਂਟ ਕਮਾ ਸਕਦੇ ਹੋ। ਲੈਪਟਾਪ ਮਿਲ ਜਾਏਗਾ ਤੁਹਾਨੂੰ। ਫਿਰ ਉਸ ਤੋਂ ਬਾਅਦ ਤੁਹਾਨੂੰ ਮਿਲ ਜਾਏਗਾ ਜੀ ਰਿਵਾਰਡ ਦੇ ਵਿੱਚ ਸਮਾਰਟ ਮੋਬਾਈਲ ਫੋਨ। ਫਿਰ ਬਾਈਕ ਹੈ ਜੀ। ਐਜ਼ ਇਟ ਇਜ਼ ਆਟੋ ਪੂਲ 1 ਹੈ, ਫਿਰ ਆਟੋ ਪੂਲ 2 ਸਟਾਰਟ ਹੋ ਜਾਏਗਾ। ਉਹ 'ਚ ਆ ਕੇ ਫਿਰ ਹੋਰ ਡਬਲ ਅਮਾਊਂਟ ਹੋ ਜਾਂਦੀ ਹੈ। ਤੇ ਤੁਸੀਂ ਜਿਵੇਂ ਦੇਖ ਪਾ ਰਹੇ ਹੋ। ਠੀਕ ਹੈ ਜੀ। ਤੇ ਐਜ਼ ਇਟ ਇਜ਼ ਤੁਸੀਂ ਇਹ 'ਚ ਬਹੁਤ ਸਾਰਾ ਪੈਸਾ ਕਮਾ ਸਕਦੇ ਹੋ ਜੀ, ਬਹੁਤ ਘੱਟ ਸਮੇਂ ਦੇ ਵਿੱਚ ਕਮਾ ਸਕਦੇ ਹੋ। ਲੈਵਲ ਬੜੀ ਜਲਦੀ ਅਚੀਵ ਹੋ ਰਹੇ ਆ। ਅਗਰ ਤੁਸੀਂ ਸਮਾਰਟ ਵਰਕ ਦਾ ਯੁੱਗ ਹੈ, ਹਾਰਡ ਵਰਕ ਦਾ ਯੁੱਗ ਨਹੀਂ ਹੈਗਾ, ਤਾਂ ਆਪਾਂ ਸਮਾਰਟ ਵਰਕ ਦੇ ਨਾਲ ਪੈਸਾ ਕਮਾਉਣਾ ਤਾਂ ਤੁਹਾਨੂੰ ਵੀ ਸਾਡੇ ਸਿਸਟਮ ਦੇ ਵਿੱਚ ਆਉਣਾ ਪਏਗਾ। ਤੇ ਮੈਂ ਤੁਹਾਨੂੰ ਕਹਿਣਾ ਕਿ ਬਹੁਤ ਵਧੀਆ ਸਾਫ਼ ਸੁਥਰਾ ਇਹ ਸਾਡਾ ਜਿਹੜਾ ਕਿ ਹੈਗਾ ਮਾਸਕਿਨ ਫਾਊਂਡੇਸ਼ਨ ਦੇ ਬਣਾਇਆ ਪਲਾਨ। ਤਾਂ ਤੁਸੀਂ ਇਹਦੇ ਨਾਲ ਜੁੜ ਸਕਦੇ ਹੋ ਜੀ। ਇਹਦੇ ਨਾਲ ਹੀ ਤੁਹਾਨੂੰ ਮੈਂ ਦੱਸ ਦਿਆਂ ਕਿ ਇਹਦੇ 'ਚ ਰਾਇਲਟੀ ਇਨਕਮ ਵੀ ਹੈਗੀ ਹੈ। ਸਾਰਾ ਪਲਾਨ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ। ਸਾਡੇ ਕਲੱਬ ਮੈਂਬਰਸ਼ਿਪ ਵੀ ਤੁਸੀਂ ਲੈ ਸਕਦੇ ਹੋ। ਉਸ ਤੋਂ ਇਲਾਵਾ ਸਾਡੀ NGO, ਕਈਆਂ ਦੇ ਸਵਾਲ ਹੈਗੇ ਕਿ NGO ਰਜਿਸਟਰਡ ਹੈ ਕਿ ਨਹੀਂ, ਕਿਹਦੇ ਨਾਲ ਰਜਿਸਟਰਡ ਹੈ, ਇਹਦੇ ਕੋਈ ਡਾਕੂਮੈਂਟ, ਤਾਂ ਤੁਹਾਨੂੰ ਮੈਂ ਡਾਕੂਮੈਂਟ ਵੈਰੀਫਾਈ ਕਰਵਾ ਦਾਂ ਕਿ ਜਿਵੇਂ ਤੁਸੀਂ ਚੈੱਕ ਕਰ ਸਕਦੇ ਹੋ ਕਿ ਇਹ ਸਾਡੀ NGO ਦਾ ਪੈਨ ਕਾਰਡ ਹੈ ਜੀ। ਉਸ ਤੋਂ ਬਾਅਦ ਇਹ MSME ਡਾਕੂਮੈਂਟ ਹੈ। ਤੇ ਇਹ ਸਾਰੇ ਲੀਗਲ ਡਾਕੂਮੈਂਟ ਤੁਹਾਨੂੰ ਅਸੀਂ ਨਾਲ ਲਗਾਏ ਹੋਏ, ਤੁਸੀਂ ਵੈਰੀਫਾਈ ਕਰ ਸਕਦੇ ਹੋ। ਤੇ ਇਹ ਸਾਰੇ ਹਰ ਇੱਕ ਚੀਜ਼ ਨਾਲ NGO ਅਪਰੂਵਡ ਹੈ, ਸਾਡੀ ISO ਅਪਰੂਵਲ ਹੈਗੀ ਹੈ। ਤੇ ਨਾਲ ਦੀ ਨਾਲ ਸਾਰੀ ਅਪਰੂਵਲ ਦਸਤਾਵੇਜ਼ ਅਸੀਂ ਲਗਾਏ ਹੋਏ, ਤੁਸੀਂ ਵੈਰੀਫਾਈ ਕਰ ਸਕਦੇ ਹੋ।
ਤੇ ਕੋਈ ਵੀ NGO ਹੈ, ਕੋਈ ਵੀ ਟਰਸਟ ਹੈ, ਜਦੋਂ ਤੱਕ ਉਹ ਡਾਕੂਮੈਂਟ ਨਹੀਂ ਲਗਾਏਗਾ ਤਾਂ ਆਪਾਂ ਉਹਨੂੰ ਲੀਗਲ ਨਹੀਂ ਮੰਨ ਸਕਦੇ। ਪਰ ਸਾਡੀ NGO ਨੇ ਹਰ ਇੱਕ ਡਾਕੂਮੈਂਟ ਨਾਲ ਲਗਾਇਆ ਹੋਇਆ, ਤੁਸੀਂ ਬੜੇ ਪਿਆਰ ਨਾਲ ਚੈੱਕ ਕਰ ਸਕਦੇ ਹੋ ਤੇ ਨਾਲ ਹੀ ਤੁਸੀਂ ਇਹਦੇ ਨਾਲ ਸਾਡੇ 'ਚ ਜੁੜ ਸਕਦੇ ਹੋ। ਸੋ ਲਾਸਟ ਦੇ ਵਿੱਚ ਮੈਂ ਤੁਹਾਨੂੰ ਇਹੀ ਕਹੂੰਗਾ ਕਿ ਤੁਸੀਂ ਸਾਡੀ NGO ਦੇ ਨਾਲ ਜੁੜੋ ਅਤੇ ਤੁਸੀਂ ਮੇਰੇ ਨਾਲ ਕੋਈ ਵੀ ਤੁਹਾਡਾ ਸਵਾਲ ਹੈ ਤਾਂ ਮੇਰੇ ਨਾਲ ਗੱਲ ਕਰ ਸਕਦੇ ਹੋ। ਮੈਨੂੰ ਮੇਰੇ ਕੰਟੈਕਟ ਨੰਬਰ ਤੇ ਕਾਲ ਕਰ ਸਕਦੇ ਹੋ 9781818110 ਤੇ ਦੁਬਾਰਾ ਫਿਰ ਰਿਪੀਟ ਕਰ ਦਿੰਦੇ ਹਾਂ ਜੀ 9781818110 ਤੇ ਮੈਨੂੰ ਕਾਲ ਕਰਕੇ ਤੁਸੀਂ ਸਾਡੀ ਟੀਮ ਦਾ ਹਿੱਸਾ ਬਣ ਸਕਦੇ ਹੋ। ਥੈਂਕ ਯੂ ਜੀ।